ਪਹਿਲੇ ਡੀਸੀ ਸਾਹਿਬ ਨੇ ਵੀ ਕਿਹਾ ਕਿ ਪਹਿਲੇ ਡਿਮਾਂਡ ਘੱਟ ਸੀ ਤੇ ਵੈਕਸੀਨੇਸ਼ਨ ਬਹੁਤ ਸੀ, ਹੁਣ ਉਲਟਾ ਹਿਸਾਬ ਹੋ ਗਿਆ। ਜਿੰਨੀ ਡਿਮਾਂਡ ਉੱਠ ਰਹੀ ਹੈ ਉਨੀ ਵੈਕਸੀਨ ਦੀ ਸਪਲਾਈ ਥੋੜੀ ਜਿਹੀ ਪਿੱਛੋਂ ਸਪਲਾਈ ਲਾਈਨ ਥੋੜੀ ਜਿਹੀ ਡਰਾਈ ਅਪ ਹੋ ਗਈ ਹੈ ਤੇ ਵੀ ਆਰ ਮੇਕਿੰਗ ਆਲ ਆਰ ਐਫਰਟਸ। ਕੋਸ਼ਿਸ਼ ਕਰ ਰਹੇ ਹਾਂ ਵੀ ਜਿੰਨੀ ਜਲਦੀ ਸਾਨੂੰ ਸਪਲਾਈ ਮਿਲੇ ਤੇ ਉਹਨਾਂ ਦੇ ਵੈਕਸੀਨੇਸ਼ਨ ਦਾ ਸ਼ਡਿਊਲ ਸਾਰਿਆਂ ਦਾ ਪੂਰਾ ਹੋ ਸਕੇ। ਹੋਰ ਕਿੰਨੇ ਦਿਨ ਦਾ ਸਟਾਕ ਹੈ ਸਾਡੇ ਕੋਲ ਜੇ ਆਪਾਂ ਐਵਰੇਜ ਲੈ ਕੇ ਚੱਲੀਏ ਤਾਂ? ਸਟੇਟ ਗਵਰਨਮੈਂਟ ਕੋਲੇ ਵੀ ਜਦੋਂ ਸਪਲਾਈ ਆ ਜਾਏਗੀ ਉਹ ਸਾਨੂੰ ਇੰਟੀਮੇਟ ਕਰ ਦਿੰਦੇ ਆ ਤੇ ਅਸੀਂ ਵੈਕਸੀਨ ਜਾ ਕੇ ਉੱਥੋਂ ਲੈ ਆਉਂਦੇ ਹੁੰਦੇ ਹਾਂ। ਰੋਜ਼ ਕਿੰਨੀਆਂ ਵੈਕਸੀਨੇਸ਼ਨਸ ਲੱਗ ਰਹੀਆਂ ਲੁਧਿਆਣਾ ਵਿੱਚ? ਜਦ ਤੱਕ ਤਾਂ ਵੈਕਸੀਨ ਦੀ ਸਪਲਾਈ ਐਡਿਕੁਏਟ ਸੀ ਵੀ ਵਰ ਟੱਚਿੰਗ ਅਰਾਊਂਡ 16 ਤੋਂ 20,000। ਇਨ ਫਿਊ ਡੇਜ਼ ਵੀ ਟੱਚਡ ਆਲਸੋ 25,000 ਆਲਸੋ। ਹੁਣ ਤੱਕ ਟੋਟਲ ਕਿੰਨੇ ਲੁਧਿਆਣਵੀਜ਼ ਵੈਕਸੀਨੇਸ਼ਨ ਲਗਵਾ ਚੁੱਕੇ ਹੈ? ਜੋ ਮੇਰੇ ਕੋਲ ਇਸ ਟਾਈਮ ਜਦੋਂ ਦੀ ਵੈਕਸੀਨੇਸ਼ਨ ਸ਼ੁਰੂ ਹੋਈ ਹੈ ਹੁਣ ਤੱਕ ਅਸੀਂ ਤਕਰੀਬਨ 6.5 ਲੱਖ ਲੋਕਾਂ ਨੂੰ ਵੈਕਸੀਨੇਟ ਕਰ ਚੁੱਕੇ ਹਾਂ। ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਨੂਰ ਤਵਨ। ਅੱਜ ਅਸੀਂ ਗੱਲ ਕਰਾਂਗੇ ਕਿ ਵੈਕਸੀਨੇਸ਼ਨ ਦਾ ਸਟਾਕ ਲੁਧਿਆਣਾ ਦੇ ਵਿੱਚ ਕਿੰਨਾ ਹੈ, ਕਿਉਂਕਿ ਪਹਿਲੇ ਡਿਮਾਂਡ ਘੱਟ ਸੀਗੀ, ਸਪਲਾਈ ਜ਼ਿਆਦਾ ਸੀ ਤੇ ਹੁਣ ਸਿਚੁਏਸ਼ਨ ਹੈ ਉਹ ਰਾਊਂਡ ਟੇਬਲ ਟਰਨ ਕਰ ਚੁੱਕੀ ਹੈ। ਹੁਣ ਸਿਚੁਏਸ਼ਨ ਬਿਲਕੁਲ ਮੋੜ ਲੈ ਚੁੱਕੀ ਹੈ। ਇਸ ਦੇ ਨਾਲ ਅਸੀਂ ਗੱਲ ਕਰਾਂਗੇ ਡਾਕਟਰ ਪੁਨੀਤ ਜੁਨੇਜਾ, ਵੈਕਸੀਨੇਸ਼ਨ ਇੰਚਾਰਜ ਲੁਧਿਆਣਾ, ਸਾਡੇ ਨਾਲ ਮੌਜੂਦ ਨੇ। ਸਰ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਉਹੀ ਗੱਲ ਕਰ ਰਹੇ ਸੀਗੇ, ਪਹਿਲੇ ਡੀਸੀ ਸਾਹਿਬ ਨੇ ਵੀ ਕਿਹਾ ਕਿ ਪਹਿਲੇ ਡਿਮਾਂਡ ਘੱਟ ਸੀ ਤੇ ਵੈਕਸੀਨੇਸ਼ਨ ਬਹੁਤ ਸੀ, ਹੁਣ ਉਲਟਾ ਹਿਸਾਬ ਹੋ ਗਿਆ। ਮੈਂ ਹੁਣ ਲੋਕਾਂ ਵਿੱਚ ਜਾਗਰੂਕਤਾ ਫੈਲੀ ਹੈ। ਕੋਵਿਡ ਦੇ ਕੇਸਿਸ ਵਧਣ ਨਾਲ ਨੂੰ ਐਵਰੀਬੋਡੀ ਵਾਂਟਸ ਵੀ ਉਹਨਾਂ ਨੂੰ ਵੈਕਸੀਨੇਸ਼ਨ ਹੋ ਜਾਣੀ ਚਾਹੀਦੀ ਹੈ, ਜੋ ਕਿ ਚੰਗਾ ਸਟੈਪ ਹੈ। ਅਤੇ ਹੁਣ ਐਕਚੁਅਲੀ ਪ੍ਰੋਬਲਮ ਇਹ ਹੈਗੀ ਹੈ ਵੀ ਜਿੰਨੀ ਡਿਮਾਂਡ ਉੱਠ ਰਹੀ ਹੈ ਉਨੀ ਵੈਕਸੀਨ ਦੀ ਸਪਲਾਈ ਥੋੜੀ ਜਿਹੀ ਪਿੱਛੋਂ ਸਪਲਾਈ ਲਾਈਨ ਥੋੜੀ ਜਿਹੀ ਡਰਾਈ ਅਪ ਹੋ ਗਈ ਹੈ ਤੇ ਵੀ ਆਰ ਮੇਕਿੰਗ ਆਲ ਆਰ ਐਫਰਟਸ। ਕੋਸ਼ਿਸ਼ ਕਰ ਰਹੇ ਹਾਂ ਵੀ ਜਿੰਨੀ ਜਲਦੀ ਸਾਨੂੰ ਸਪਲਾਈ ਮਿਲੇ ਤੇ ਉਹਨਾਂ ਦੇ ਵੈਕਸੀਨੇਸ਼ਨ ਦਾ ਸ਼ਡਿਊਲ ਸਾਰਿਆਂ ਦਾ ਪੂਰਾ ਹੋ ਸਕੇ। ਸਰ, ਹਾਲੇ ਤੱਕ ਫਰੰਟਲਾਈਨ ਵਰਕਰਸ ਕਿੰਨਾਂ ਨੂੰ ਲੱਗ ਚੁੱਕੀ ਹੈ ਵੈਕਸੀਨ? ਫਰੰਟਲਾਈਨ ਵਰਕਰ ਜੋ ਮੇਰੇ ਕੋਲ ਡਾਟਾ ਅਵੇਲੇਬਲ ਸੀਗਾ ਉਸ ਹਿਸਾਬ ਨਾਲ ਅਸੀਂ ਤਕਰੀਬਨ ਸਾਰਿਆਂ ਨੂੰ ਕਵਰ ਕਰ ਚੁੱਕੇ। ਅਤੇ ਕੁਝ ਫਰੰਟਲਾਈਨ ਵਰਕਰਸ ਦੀ ਕੈਟੇਗਰੀਜ਼ ਬਾਅਦ 'ਚੋਂ ਗਵਰਨਮੈਂਟ ਵੱਲੋਂ ਐਡ ਕੀਤੀ ਗਈ ਸੀ, ਕੁਝ ਗਾਈਡਲਾਈਨਸ ਕੀਤੀਆਂ ਗਈਆਂ ਸੀਗੀਆਂ, ਕੁਝ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਸੀ ਵੀ ਜਿਹੜੇ ਫਰੰਟਲਾਈਨ ਵਰਕਰ ਹੈ ਨਹੀਂ ਹੈ। ਸਾਨੂੰ ਜਿਵੇਂ ਗਾਈਡਲਾਈਨਸ ਦੇ ਹਿਸਾਬ ਨਾਲ ਉਹਨਾਂ ਨੇ ਇੱਕ ਐਨੈਕਸਰ 1 ਦਿੱਤਾ ਗਿਆ ਸੀਗਾ, ਅਸੀਂ ਉਹਨੂੰ ਅਪਲੋਡ ਕਰਨਾ ਹੁੰਦਾ ਗਵਰਨਮੈਂਟ ਦੇ ਪੋਰਟਲ 'ਤੇ। ਅਤੇ ਜਿਹੜੇ ਐਨੈਕਸਰ ਸਾਡੇ ਕੋਲ ਡਿਪਾਰਟਮੈਂਟ ਤੋਂ DDO ਗਵਰਨਮੈਂਟ ਦੇ ਡਿਪਾਰਟਮੈਂਟ ਤੋਂ ਵੈਰੀਫਾਈ ਹੋ ਕੇ ਆਉਂਦਾ, ਅਸੀਂ ਉਹਨੂੰ ਅਪਲੋਡ ਕਰ ਦਿੰਦੇ। ਸਰ, ਰੋਜ਼ ਕਿੰਨੀਆਂ ਵੈਕਸੀਨੇਸ਼ਨਸ ਲੱਗ ਰਹੀਆਂ ਲੁਧਿਆਣਾ ਵਿੱਚ? ਕੁਝ ਹੱਦ ਤੱਕ ਤਾਂ ਵੈਕਸੀਨ ਦੀ ਸਪਲਾਈ ਐਡਿਕੁਏਟ ਸੀ ਵੀ ਵਰ ਟੱਚਿੰਗ ਅਰਾਊਂਡ 16 ਤੋਂ 20,000। ਇਨ ਫਿਊ ਡੇਜ਼ ਵੀ ਟੱਚਡ ਆਲਸੋ 25,000 ਆਲਸੋ। ਹੁਣ ਜਿਸ ਹਿਸਾਬ ਨਾਲ ਵੈਕਸੀਨੇਸ਼ਨ ਦੀ ਅਵੇਲੇਬਿਲਿਟੀ ਹੁੰਦੀ ਉਸ ਹਿਸਾਬ ਨਾਲ ਸਾਡੀ ਨੰਬਰ ਆਫ ਸਾਈਟਸ ਥੋੜ੍ਹੀਆਂ ਘੱਟ ਜਾਂਦੀਆਂ ਜਾਂ ਵੱਧ ਜਾਂਦੀਆਂ। ਅਤੇ ਉਸ ਹਿਸਾਬ ਨਾਲ ਮੇਰੇ ਕੋਲ ਉਹਨਾਂ ਨੇ ਐਵਰੇਜ ਜੇ ਆਪਾਂ ਗੱਲ ਕਰੀਏ ਤਾਂ ਮਿਨੀਮਮ 12-13 ਹਜ਼ਾਰ ਦੀ ਵੈਕਸੀਨੇਸ਼ਨ ਡੇਲੀ ਆਪਾਂ ਕਵਰੇਜ ਲੈ ਪਾਉਂਦੇ ਹਾਂ। ਤੇ ਹਾਲੇ ਹੋਰ ਕਿੰਨੇ ਦਿਨ ਦਾ ਸਟਾਕ ਹੈ ਸਾਡੇ ਕੋਲ ਜੇ ਆਪਾਂ ਐਵਰੇਜ ਲੈ ਕੇ ਚੱਲੀਏ ਤਾਂ? ਐਜ਼ ਆਫ ਨਾਓ ਆਈ ਐਮ ਐਕਚੁਅਲੀ ਵੈਰੀ ਸ਼ਾਰਟ ਆਫ ਵੈਕਸੀਨ ਸਪਲਾਈ ਅਤੇ ਅਸੀਂ ਸਟੇਟ ਨੂੰ ਇਸ ਬਾਰੇ 'ਚ ਦੱਸ ਦਿੱਤਾ। ਸਟੇਟ ਗਵਰਨਮੈਂਟ ਕੋਲੇ ਵੀ ਜਦੋਂ ਸਪਲਾਈ ਆ ਜਾਏਗੀ ਉਹ ਸਾਨੂੰ ਇੰਟੀਮੇਟ ਕਰ ਦਿੰਦੇ ਆ ਤੇ ਅਸੀਂ ਵੈਕਸੀਨ ਜਾ ਕੇ ਉੱਥੋਂ ਲੈ ਆਉਂਦੇ ਹੁੰਦੇ ਹਾਂ। ਤੇ ਲਗਾਤਾਰ ਰਜਿਸਟ੍ਰੇਸ਼ਨਸ ਕਿੰਨੀਆਂ ਹੋ ਰਹੀਆਂ? ਰਜਿਸਟ੍ਰੇਸ਼ਨਸ ਮੈਮ ਔਨਲਾਈਨ ਥੋੜ੍ਹਾ ਜਿਹਾ ਰਿਸਟ੍ਰਿਕਸ਼ਨ ਇਹ ਹੈਗੀ ਹੈ ਵੀ ਪੋਰਟਲ 'ਤੇ ਨਾਲ ਐਕਚੁਅਲ ਸਾਈਟਸ ਨਾਲ ਡਾਟਾ ਮੈਚ ਨਹੀਂ ਹੋ ਪਾਉਂਦਾ। ਐਕਚੁਅਲ ਸਾਈਟਸ ਜਿਹੜੀ ਹੈਗੀ ਨੇ ਵੈਕਸੀਨ ਦੇ ਹਿਸਾਬ ਨਾਲ ਕ੍ਰੀਏਟ ਹੁੰਦੀ ਹੈ। ਜਿਹੜਾ ਕੋਵਿਨ ਪੋਰਟਲ 'ਤੇ ਨੇ ਉਹ ਜਦ ਦਾ ਸ਼ੁਰੂ ਹੋਇਆ ਸੀਗਾ ਉਦੋਂ ਦੀਆਂ ਸਾਈਟਸ ਕੁਛ ਬਣੀਆਂ ਹੋਈਆਂ ਸੀ, ਕੁਛ ਅਸੀਂ ਬੰਦ ਵੀ ਕਰਤੀਆਂ ਵਿੱਚੋਂ ਜਿਨ੍ਹਾਂ ਕੋਲ ਸਾਡੇ ਵੈਕਸੀਨੇਸ਼ਨ ਦਾ ਆਊਟਪੁੱਟ ਨਹੀਂ ਸੀ ਮਿਲ ਰਹੀ। ਬਟ ਸਟਿਲ ਜਿਹੜੀਆਂ ਡੇਲੀ ਸਾਡੀਆਂ ਸੈਸ਼ਨ ਸਾਈਟਸ ਚੱਲਦੀਆਂ ਉਹ ਐਜ਼ ਪਰ ਸਾਡੀ ਵੈਕਸੀਨ ਦੀ ਅਵੇਲੇਬਿਲਿਟੀ ਦੇ ਹਿਸਾਬ ਨਾਲ ਚੱਲਦੀਆਂ। ਸਮਟਾਈਮਜ਼ ਵੀ ਆਰ ਏਬਲ ਟੂ ਰਨ 70 ਸਾਈਟਸ, ਸਮਟਾਈਮਜ਼ ਵੀ ਆਰ ਨੋਟ ਏਬਲ ਟੂ ਰਨ ਇਵਨ 15 ਸਾਈਟਸ ਆਲਸੋ। ਸੋ ਇਟ ਆਲ ਡਿਪੈਂਡਸ। ਅਤੇ ਮੈਨੂੰ ਉਮੀਦ ਹੈ ਜਿਵੇਂ ਵੈਕਸੀਨ ਦੀ ਸਪਲਾਈ ਆਏਗੀ ਵੀ ਵਿਲ ਬੀ ਏਬਲ ਟੂ ਰਨ ਮੈਕਸੀਮਮ ਸਾਈਟਸ ਐਜ਼ ਪਰ ਦਾ ਰਿਕੁਆਇਰਮੈਂਟ। ਤੇ ਹੁਣ ਤੱਕ ਟੋਟਲ ਕਿੰਨੇ ਲੁਧਿਆਣਵੀਜ਼ ਵੈਕਸੀਨੇਸ਼ਨ ਲਗਵਾ ਚੁੱਕੇ? ਜੋ ਮੇਰੇ ਕੋਲ ਇਸ ਟਾਈਮ ਜਦੋਂ ਦੀ ਵੈਕਸੀਨੇਸ਼ਨ ਸ਼ੁਰੂ ਹੋਈ ਹੈ ਹੁਣ ਤੱਕ ਅਸੀਂ ਤਕਰੀਬਨ 6.5 ਲੱਖ ਲੋਕਾਂ ਨੂੰ ਵੈਕਸੀਨੇਟ ਕਰ ਚੁੱਕੇ ਹਾਂ। ਅਤੇ ਜਿਨ੍ਹਾਂ ਵਿੱਚੋਂ 1.25 ਲੱਖ ਲੋਕ ਐਸੇ ਹੈ ਜਿਨ੍ਹਾਂ ਦੀ ਦੋਨੋਂ ਡੋਜ਼ਿਸ ਦਾ ਸ਼ਡਿਊਲ ਪੂਰਾ ਹੋ ਚੁੱਕਾ ਹੈ। ਸੋ ਸਾਡੀ ਕੋਸ਼ਿਸ਼ ਇਹੀ ਹੈ ਵੀ ਜਿੰਨਾ ਜਲਦੀ ਹੋ ਸਕੇ ਸਾਰਿਆਂ ਦੀ ਸੈਕਿੰਡ ਡੋਜ਼ ਕੰਪਲੀਟ ਹੋਵੇ, ਕਿਉਂਕਿ ਥੋੜ੍ਹਾ ਟਾਈਮ ਡਿਊਰੇਸ਼ਨ ਵੱਧ ਗਈ ਸੀ। ਪਹਿਲੇ 4 ਹਫ਼ਤੇ ਦਾ ਸੀਗਾ, ਹੁਣ 6 ਤੋਂ 8 ਹਫ਼ਤੇ ਦਾ ਗੈਪ ਹੋ ਗਿਆ ਅਤੇ ਉਹ ਫਿਰ ਥੋੜ੍ਹਾ ਡਿਲੇ ਕਰਕੇ ਸਾਡਾ ਸੈਕਿੰਡ ਡੋਜ਼ ਦੀ ਕਵਰੇਜ ਉੱਥੇ ਰੁਕੀ ਸੀ। ਹੁਣ ਦੁਬਾਰਾ ਨਾਓ ਇਟ ਇਜ਼ ਪਿਕਿੰਗ ਅਪ ਅਤੇ ਸਾਨੂੰ ਜੋ ਸਟੇਟ ਦੇ ਗਾਈਡਲਾਈਨਸ ਹੈ ਉਸ ਹਿਸਾਬ ਨਾਲ ਸੈਕਿੰਡ ਡੋਜ਼ ਨੂੰ ਹਮੇਸ਼ਾ ਪ੍ਰੈਫਰੈਂਸ ਦੇ ਰਹੇ ਹਾਂ। ਜਿੰਨੀ ਵੈਕਸੀਨ ਸਾਡੇ ਕੋਲ ਅਵੇਲੇਬਲ ਹੁੰਦੀ ਹੈ ਵੀ ਟਰਾਈ ਕਿ ਸੈਕਿੰਡ ਡੋਜ਼ ਵਾਲਾ ਸ਼ਡਿਊਲ ਪੂਰਾ ਕਰੀਏ। ਫਸਟ ਡੋਜ਼ ਵਾਲਾ ਐਨਰੋਲ ਥੋੜ੍ਹਾ 1-2 ਦਿਨ ਰੁਕ ਕੇ ਵੀ ਕਰ ਸਕਾਂਗੇ ਜਦੋਂ ਉਹਨਾਂ ਦੀ ਵੈਕਸੀਨ ਅਵੇਲੇਬਲ ਹੋ ਜਾਏਗੀ। 18 ਤੋਂ 45 ਸਾਲ ਦੀ ਵੈਕਸੀਨੇਸ਼ਨ ਦਾ ਕੀ ਅਪਡੇਟ ਹੈ? 18 ਤੋਂ 45 ਸਾਲ ਦੀ ਜਿਹੜੀ ਵੈਕਸੀਨੇਸ਼ਨ ਹੈ ਉਹ ਸਟੇਟ ਗਵਰਨਮੈਂਟ ਨੇ ਕਰਾਉਣੀ ਹੈ। ਸਾਡੇ ਕੋਲ ਤਕਰੀਬਨ ਇਸ ਵੇਲੇ 16,000 ਦੇ ਕਰੀਬ ਡੋਜ਼ ਆਈ ਹੈ।
ਜਿਨ੍ਹਾਂ ਵਿੱਚੋਂ ਪਹਿਲ ਦੇ ਆਧਾਰ ਤੇ ਜਿਹੜੀ ਕੰਸਟਰਕਸ਼ਨ ਵਿੱਚ ਲੇਬਰ ਲੱਗੀ ਹੋਈ ਹੈ ਉਹਨਾਂ ਨੂੰ ਵੈਕਸੀਨੇਟ ਕੀਤਾ ਜਾ ਰਿਹਾ ਵਿਦ ਦਾ ਹੈਲਪ ਆਫ ਲੇਬਰ ਡਿਪਾਰਟਮੈਂਟ। ਉਹਨਾਂ ਦੇ ਜਿਹੜੇ ਫੀਲਡ ਆਫੀਸਰ ਹੈ ਉਹ ਸਾਡੀਆਂ ਮੈਡੀਕਲ ਟੀਮਸ ਨੂੰ ਡੇਲੀ ਲਿਸਟ ਦਿੰਦੇ ਨੇ ਤੇ ਅਸੀਂ ਉਹਨਾਂ ਦੇ ਨਾਲ ਮਿਲ ਕੇ ਸੈਸ਼ਨ ਸਾਈਟ ਉੱਥੇ ਜਾ ਕੇ ਉਹਨਾਂ ਨੂੰ ਵੈਕਸੀਨੇਟ ਕਰਦੇ, ਜਿੱਥੇ ਕੰਸਟਰਕਸ਼ਨ ਸਾਈਟ ਲੱਗੀ ਹੋਈ ਹੈ, ਕੰਮ ਚੱਲ ਰਿਹਾ, ਮੌਕੇ 'ਤੇ ਹੀ ਜਾ ਕੇ ਅਸੀਂ ਕਰ ਰਹੇ ਹਾਂ। ਇਸ ਵਿੱਚ ਤਕਰੀਬਨ ਅਸੀਂ ਕੱਲ੍ਹ ਸ਼ਾਮ ਤੱਕ ਤਕਰੀਬਨ 600 ਬੰਦਿਆਂ ਨੂੰ ਕਵਰ ਕੀਤਾ ਸੀਗਾ 2 ਦਿਨਾਂ 'ਚ, ਤੇ ਅੱਜ ਦੇ ਸੈਸ਼ਨ ਲੱਗੇ ਹੋਏ ਆ। ਸੋ ਆਈ ਐਮ ਐਕਸਪੈਕਟਿੰਗ ਕਿ ਸਾਡੇ ਕੋਲ ਰਿਪੋਰਟ ਚੰਗੀ ਆਏਗੀ ਅੱਜ। ਤੇ ਹੁਣ ਲੁਧਿਆਣਾ ਵਿੱਚ ਕਿੰਨੀਆਂ ਸਾਈਟਸ ਬਣੀਆਂ ਹੋਈਆਂ ਨੇ ਜਿੱਥੇ ਵੈਕਸੀਨ ਲੱਗ ਰਹੀ ਹੈ? ਮੈਮ ਅੱਜ ਮੇਰੇ ਕੋਲ ਸਿਰਫ ਕੋਵੈਕਸੀਨ ਅਵੇਲੇਬਲ ਸੀਗੀ। ਕੋਵੈਕਸੀਨ ਦੀਆਂ 4 ਫਿਕਸ ਸਾਈਟਸ ਨੇ ਜਿਹੜੀਆਂ ਚੱਲ ਰਹੀਆਂ ਨੇ ਇਸ ਵੇਲੇ। ਇੱਕ ਵੈਕਸੀਨ ਮੇਰੇ ਕੋਲ ਥੋੜ੍ਹੀ ਅਵੇਲੇਬਲ ਸੀਗੀ, ਉਹ ਮੈਂ ਸਿਵਲ ਹਸਪੀਟਲ 'ਚ ਕਰਵਾ ਕੇ ਸੈਸ਼ਨ ਕੰਪਲੀਟ ਕਰਵਾ ਦਿੱਤਾ। ਇੱਕ ਸਰ ਮੋਹਾਲੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਡਰਾਈਵ ਥਰੂ ਵੈਕਸੀਨ ਦਾ ਸਿਸਟਮ ਸ਼ੁਰੂ ਹੋਇਆ, ਉਹ ਤੁਹਾਨੂੰ ਲੱਗਦਾ ਕਿ ਲੁਧਿਆਣਾ ਵਿੱਚ ਵੀ ਕਿਤੇ ਨਾ ਕਿਤੇ ਆਏਗਾ ਵਿਦ ਟਾਈਮ? ਅਸੀਂ ਉਸ ਪੁਆਇੰਟ 'ਤੇ ਵੀ ਸੋਚ ਰਹੇ ਹਾਂ, ਬਟ ਸਟਿਲ ਆਈ ਐਮ ਨਾਟ ਕੰਫਰਟੇਬਲ ਵਿਦ ਡਰਾਈਵ ਥਰੂ। ਅਤੇ ਕਿਉਂਕਿ ਅੱਧਾ ਘੰਟਾ ਆਬਜ਼ਰਵੇਸ਼ਨ ਦਾ ਪੀਰੀਅਡ ਜਿਹੜਾ ਵਾ ਉਹ ਕਾਰ ਦੇ ਵਿੱਚ ਬੈਠ ਕੇ ਓਬਜ਼ਰਵ ਕਰਾਉਣਾ ਥੋੜ੍ਹਾ ਜਿਹਾ ਡਿਫੀਕਲਟ ਲੱਗਦਾ ਸਾਨੂੰ ਵੀ, ਅਤੇ ਪਰ ਉਹ ਜਿਵੇਂ ਗਾਈਡਲਾਈਨ ਹੋਣਗੀਆਂ ਉਸ ਹਿਸਾਬ ਨਾਲ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ। ਜੀ, ਤੇ ਕੱਲ੍ਹ ਡੀਸੀ ਸਾਹਿਬ ਜਦੋਂ ਲਾਈਵ ਆਏ ਸੀ ਤਾਂ ਕਿਸੇ ਵੱਲੋਂ ਸੁਜੈਸਟ ਕੀਤਾ ਗਿਆ ਕਿ ਡੋਰ ਟੂ ਡੋਰ ਵੈਕਸੀਨ ਵੀ ਕੀਤੀ ਜਾਏ। ਡੋਰ ਟੂ ਡੋਰ ਵੈਕਸੀਨੇਸ਼ਨ ਕਦੇ ਵੀ ਨਹੀਂ ਪੋਸੀਬਲ ਹੋ ਸਕਦੀ, ਮਤਲਬ ਇਹ ਬਹੁਤ ਇੱਕ ਡਿਫੀਕਲਟ ਪ੍ਰੋਸੈਸ ਹੈ। ਜਦੋਂ ਅਸੀਂ ਕਿਸੇ ਨੂੰ ਇੰਜੈਕਸ਼ਨ ਲਗਾਉਂਦੇ ਹਾਂ, ਵੀ ਹੈਵ ਟੂ ਓਬਜ਼ਰਵ ਹਿਮ ਔਰ ਹਰ ਫॉर ਐਟਲੀਸਟ 30 ਮਿੰਟ ਵਾਸਤੇ। 30 ਮਿੰਟ ਸਾਨੂੰ ਅੰਡਰ ਆਬਜ਼ਰਵੇਸ਼ਨ ਰੱਖਣਾ ਪੈਂਦਾ। ਇੱਕ ਮੇਰੀ ਟੀਮ ਹੈ, ਉਹ ਘਰ ਜਾਏਗੀ, ਟੀਕਾ ਲਾਏਗੀ, ਅੱਧਾ ਘੰਟਾ ਵੇਟ ਕਰੇਗੀ, ਦੈਨ ਮੂਵ ਟੂ ਨੈਕਸਟ। ਇਹਦੇ ਨਾਲ ਆਊਟਪੁੱਟ ਬਹੁਤ ਘਟੇਗੀ। ਸੋ ਐਵਰੀਬੋਡੀ ਹੈਜ਼ ਟੂ ਵਿਜ਼ਿਟ ਸਮ ਵੈਕਸੀਨੇਸ਼ਨ ਸੈਂਟਰ, ਜਿੱਥੇ ਥੋੜ੍ਹਾ ਜਿਹਾ ਰਜਿਸਟ੍ਰੇਸ਼ਨ ਤੋਂ ਬਾਅਦ 40-50 ਬੰਦਿਆਂ ਦਾ ਵੇਟਿੰਗ ਪੀਰੀਅਡ ਹੁੰਦਾ, ਬੰਦਿਆਂ ਦੀ ਸਿਟਿੰਗ ਅਰੇਂਜਮੈਂਟ ਹੁੰਦਾ, ਅਤੇ ਉੱਥੋਂ ਇੰਜੈਕਸ਼ਨ ਲਗਾ ਕੇ ਜਿਵੇਂ ਜਿਵੇਂ ਇੰਜੈਕਸ਼ਨ ਦਾ ਰੋਟੇਸ਼ਨ ਚੱਲੀ ਜਾਂਦੀ ਹੈ, ਹਰ 15-20 ਮਿੰਟ ਬਾਅਦ ਇੱਕ ਵਾਰੀ ਜਦੋਂ ਸਰਕਲ ਬਣ ਜਾਂਦਾ ਅਤੇ ਉਹ ਸੀਟਾਂ ਭਰੀ ਜਾਂਦੀਆਂ, ਖਾਲੀ ਹੋ ਜਾਂਦੀ। ਸੋ ਇਸ ਪ੍ਰੋਸੈਸ ਦੇ ਵਿੱਚ ਸਾਡੀ ਆਊਟਪੁੱਟ ਹਮੇਸ਼ਾ ਬੈਟਰ ਰਹਿੰਦੀ। ਬਹੁਤ ਬਹੁਤ ਸ਼ੁਕਰੀਆ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਮੈਮ। ਸੋ ਇਹ ਸਨ ਸਾਡੇ ਨਾਲ ਡਾਕਟਰ ਪੁਨੀਤ ਜੁਨੇਜਾ। ਹੋਰ ਖਬਰਾਂ ਲਈ ਦੇਖਦੇ ਰਹੋ ਔਨ ਏਅਰ ਤੇ ਲੁਧਿਆਣਾ ਟਾਈਮਸ। ਕੈਮਰਾਮੈਨ ਹਰਵਿੰਦਰ ਦੇ ਨਾਲ ਜਸਨੂਰ ਤਵਨ, ਔਨ ਏਅਰ ਲੁਧਿਆਣਾ।